ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਆਪਣੀ ਕੈਮਿਸਟਰੀ ਦਾ ਚੈਪਟਰ ਨੰਬਰ 2 ਕਰਾਂਗੇ, ਜਿਸ ਦੇ ਵਿੱਚ ਅਸੀਂ ਐਸਿਡ ਬੇਸ ਐਂਡ ਸੌਲਟ ਬਾਰੇ ਪੜ੍ਹਾਂਗੇ। ਇਸ ਤੋਂ ਪਹਿਲਾਂ ਅਸੀਂ ਕੈਮਿਸਟਰੀ ਦਾ ਫਸਟ ਚੈਪਟਰ ਐਟੋਮਿਕ ਸਟਰਕਚਰ ਕਰ ਚੁੱਕੇ ਹਾਂ, ਜਿਸ ਨੂੰ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਿਓ। ਨਾ ਦੇਰੀ ਕਰਦੇ ਆਪਾਂ ਸਟਾਰਟ ਕਰਦੇ ਹਾਂ। ਸਟਾਰਟ ਕਰਨ ਤੋਂ ਪਹਿਲਾਂ ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਨਿਊ ਨੋਟੀਫਿਕੇਸ਼ਨ ਮਿਲਦੇ ਜਾਣ। ਸੋ ਸਾਡਾ ਅੱਜ ਦਾ ਪਹਿਲਾ ਕੁਐਸਚਨ ਹੈ, ਅ ਸੋਲਿਊਸ਼ਨ ਟਰਨਸ ਰੈੱਡ ਲਿਟਮਸ ਟੂ ਬਲੂ pH ਆਫ ਸੋਲਿਊਸ਼ਨ ਇਜ਼। ਦੇਖੋ ਜੀ, ਆ ਇੱਕ ਸਾਡਾ pH ਸਕੇਲ ਹੁੰਦਾ, ਇਸ 'ਚ ਇੱਕ ਰੀਡਿੰਗ ਹੁੰਦੀ 7। ਇਹ 7 ਕੀ ਹੁੰਦਾ? ਨਿਊਟਰਲ ਹੁੰਦਾ। ਜਿਵੇਂ ਸਾਡਾ ਵਾਟਰ ਹੋ ਗਿਆ, ਇਹ ਨਿਊਟਰਲ ਹੁੰਦਾ। ਇਸ ਦੇ ਉੱਪਰ ਵਾਲੇ ਜਿੰਨੇ ਵੀ ਨੰਬਰਸ ਹੁੰਦੇ ਆ, ਇਹ ਸਾਰੇ ਕਿਆ ਹੁੰਦੇ? ਸਾਡੇ ਐਸਿਡ ਹੁੰਦੇ ਆ। ਅਤੇ ਇਹਦੇ ਥੱਲੇ ਵਾਲੇ ਜਿੰਨੇ ਵੀ ਨੰਬਰ ਹੁੰਦੇ, ਸਾਡੇ ਸਾਰੇ ਬੇਸ ਹੁੰਦੇ ਆ। ਹੁਣ ਦੇਖੋ, ਉਰੇ ਲਿਖਿਆ ਵਾ ਰੈੱਡ ਲਿਟਮਸ ਟੂ ਬਲੂ। ਇਹ ਨਾ ਰੈੱਡ ਲਿਟਮਸ ਟੂ ਬਲੂ ਇਸ pH ਸਕੇਲ ਦੇ ਵਿੱਚ ਹੁੰਦਾ। ਤਾਂ ਹੁਣ ਰੈੱਡ ਲਿਟਮਸ ਟੂ ਬਲੂ ਤੋਂ ਕੀ ਹੁੰਦਾ ਕਿ ਆਰ ਤੋਂ ਬਲੂ 'ਚ ਬਦਲ ਗਿਆ। ਮੈਂ ਤੁਹਾਨੂੰ ਟ੍ਰਿਕ ਦੱਸਦਾ, ਜਦੋਂ ਵੀ ਰੈੱਡ ਟੂ ਬਲੂ ਬਦਲੂੰਗਾ ਤਾਂ ਬਲੂ ਤੋਂ ਤੁਸੀਂ ਬੇਸ ਯਾਦ ਰੱਖ ਸਕਦੇ ਹੋ ਕਿ ਬੇਸ ਪੁੱਛਿਆ, ਬੇਸ। ਹੁਣ ਤੁਸੀਂ ਦੇਖ ਲਓ ਕਿ 7 ਤੋਂ ਅੱਗੇ ਵਾਲੀ ਰੀਡਿੰਗ ਕਿਹੜੀ ਕਿਹੜੀ ਆਪਸ਼ਨ 'ਚ ਹੈਗੀ। 7 ਹੈਗੀ ਆ, ਇਹ ਵੀ ਨਹੀਂ ਆਪਸ਼ਨ ਹੈ ਹੋਊਗੀ। 7 ਨਿਊਟਰਲ ਹੁੰਦਾ, 1 ਤੇ ਐਸਿਡ ਹੁੰਦਾ, 5 ਤੇ ਐਸਿਡ ਹੁੰਦਾ। ਇਹਦਾ ਮਤਲਬ ਡੀ ਆਂਸਰ ਆ ਗਿਆ। ਸਮਝ ਗਏ? ਤੋ ਰੈੱਡ ਤੋਂ ਬਲੂ ਬਦਲਣਾ ਸਾਡਾ ਬੇਸ ਹੁੰਦਾ, ਬਲੂ ਤੋਂ ਰੈੱਡ ਬਦਲਣਾ ਸਾਡਾ ਐਸਿਡ ਹੁੰਦਾ। ਬਸ ਤੁਸੀਂ ਰੀਡਿੰਗ ਚੈੱਕ ਕਰ ਲਓ, ਜੇ 7 ਤੋਂ ਵੱਧ ਵਾਲੀਆਂ ਹੋਈਆਂ ਤਾਂ ਬੇਸ ਹੋਊਗੀ, 7 ਤੋਂ ਘੱਟ ਵਾਲੀਆਂ ਹੋਈਆਂ ਤਾਂ ਐਸਿਡ ਹੋਊਗੀ। ਸੈਕੰਡ ਕੁਐਸਚਨ, ਵਿਚ ਐਸਿਡ ਇਜ਼ ਕੰਸੀਡਰਡ ਐਜ਼ ਅ ਬੇਸਿਕ ਕੈਮੀਕਲ ਇਨ ਦਾ ਇੰਡਸਟਰੀ। ਜਿਸ 'ਚ ਬੇਸਿਕ ਕੈਮੀਕਲ ਕਿਹੜਾ ਹੈ? ਇੰਡਸਟਰੀ ਦਾ ਸਭ ਤੋਂ ਬੇਸਿਕ ਕੈਮੀਕਲ ਕਿਹੜਾ ਹੈ, ਅਸੀਂ ਇਹ ਦੇਖਣਾ। ਤਾਂ ਸਾਡਾ ਇਹ ਜਿਹੜਾ ਬੇਸਿਕ ਕੈਮੀਕਲ ਹੈਗਾ ਹੈ, ਉਹ ਕਿਹੜਾ ਹੈ? ਉਹ ਹੈਗਾ ਸਲਫਿਊਰਿਕ ਐਸਿਡ। ਇਹ ਤੁਸੀਂ ਧਿਆਨ ਰੱਖਣਾ, ਕਿਉਂਕਿ ਬੇਸਿਕ ਮਤਲਬ ਇਹ ਨਹੀਂ ਕਿ ਬੇਸ ਪੁੱਛਿਆ। ਬੇਸਿਕ ਮਤਲਬ ਜੋ ਕਿ ਸਾਡੇ ਵਾਸਤੇ ਲੋੜ ਆ, ਜਿਸ ਦੀ ਸਾਨੂੰ ਬਹੁਤ ਲੋੜ ਹੁੰਦੀ ਹੈ। ਸਲਫਿਊਰਿਕ ਐਸਿਡ ਤੋਂ ਬਿਨਾਂ ਕੋਈ ਇੰਡਸਟਰੀ ਵਰਕ ਨਹੀਂ ਕਰ ਸਕਦੀ। ਇਹ ਫੈਕਟ ਤੁਸੀਂ ਯਾਦ ਕਰ ਲੈਣਾ। ਗੋਲਡਸਮਿਥਸ ਯੂਜ਼ਸ ਐਕੁਆਰੀਜ਼ੀਆ ਵਿਚ ਇਜ਼ ਪ੍ਰੀਪੇਅਰਡ ਬਾਏ ਮਿਕਸਿੰਗ। ਐਕੁਆਰੀਜ਼ੀਆ ਕੀ ਹੁੰਦਾ? ਐਕੁਆਰੀਜ਼ੀਆ ਉਹੀ ਹੁੰਦਾ ਜਿਸ ਜਿਵੇਂ ਗੋਲਡਸਮਿਥ ਮਤਲਬ ਜਿਹੜੇ ਸੁਨਿਆਰ ਹੁੰਦੇ ਆ, ਉਹ ਐਕੁਆਰੀਜ਼ੀਆ ਯੂਜ਼ ਕਰਦੇ। ਜਿਵੇਂ ਅਸੀਂ ਬੋਲਦੇ ਨਹੀਂ ਕਿ ਅਸੀਂ ਆਪਣੇ ਗਹਿਣੇ ਜਿਹੜੇ ਹੁੰਦੇ ਆ ਉਹਨੂੰ ਧਵਾਉਣ ਜਾਣਾ, ਅਸੀਂ ਪੰਜਾਬੀ 'ਚ ਬੋਲਦੇ ਉਹਨੂੰ ਧਵਾਉਣ ਜਾਣਾ, ਹੈ ਨਾ। ਤਾਂ ਉਹ ਨਿਊ ਸ਼ਾਈਨਿੰਗ, ਉਹਨਾਂ ਪਰ ਨਵੀਂ ਸ਼ਾਈਨਿੰਗ ਆ ਜਾਂਦੀ ਹੈ। ਤਾਂ ਉਹ ਕਿਆ ਹੁੰਦਾ? ਉਹ ਐਕੁਆਰੀਜ਼ੀਆ ਹੁੰਦਾ ਜਿਹਨੂੰ ਉਹ ਯੂਜ਼ ਕਰਦੇ ਆ। ਐਕੁਆਰੀਜ਼ੀਆ ਦੇ ਵਿੱਚ 3:1 ਦੀ ਜਿਹੜੀ ਆ ਰੇਸ਼ੋ ਪਾਈ ਜਾਂਦੀ ਹੈ। ਅਤੇ 3:1 ਇਹ ਕਿਸ ਦੀ ਹੁੰਦੀ ਹੈ? 3:1 ਇਹ ਹੁੰਦੀ ਆ ਸਲਫਿਊਰਿਕ ਨਾਈਟ੍ਰਿਕ ਐਸਿਡ ਐਂਡ ਹਾਈਡਰੋਕਲੋਰਿਕ ਐਸਿਡ ਦੀ ਹੁੰਦੀ ਹੈ। ਇਹ ਤੁਸੀਂ ਧਿਆਨ ਰੱਖਣਾ। ਸੋ ਥਰਡ ਦਾ ਆਂਸਰ ਕੀ ਹੋ ਗਿਆ? ਬੀ ਹੋ ਗਿਆ। ਕਲੀਅਰ? ਨੈਕਸਟ ਇਜ਼ pH ਵੈਲਿਊ ਸ਼ੋਜ਼ ਦਾ ਨੂਮੈਰਿਕ ਵੈਲਿਊ ਆਫ। pH ਵੈਲਿਊ ਸਾਨੂੰ ਕੀ ਸ਼ੋਅ ਕਰਦੀ ਹੈ? ਕੀ ਸ਼ੋਅ ਕਰਦੀ ਹੈ? ਦੇਖੋ, ਤੁਹਾਨੂੰ ਪਿੱਛੇ ਦੱਸਿਆ ਸੀਗਾ ਮੈਂ, pH ਸਕੇਲ ਹੁੰਦਾ, ਇਹ 'ਚ ਨਿਊਟਰਲ ਹੁੰਦਾ, ਐਸਿਡ ਔਰ ਬੇਸ ਹੁੰਦਾ। ਇਹਦਾ ਮਤਲਬ ਸਾਨੂੰ pH ਐਸਿਡ ਔਰ ਬੇਸ ਬਾਰੇ ਦੱਸਦਾ। ਤਾਂ ਆਪਾਂ ਦੇਖ ਲੈਂਦੇ ਕਿੱਥੇ ਆਂਸਰ ਹੈਗਾ ਹੈ। ਤਾਂ ਫਸਟ ਆਪਸ਼ਨ, ਕੁਆਲਿਟੀ ਆਫ ਕੈਮੀਕਲ ਯੂਜ਼ ਫॉर ਡਿਵੈਲਪਿੰਗ ਫੋਟੋਗ੍ਰਾਫੀ ਨੈਗੇਟਿਵਸ, ਨੋ। ਐਨਾਲਿਸਿੰਗ ਦਾ ਨੇਚਰ ਆਫ ਸੋਲਿਊਸ਼ਨ ਆਫ ਐਸਿਡ ਐਂਡ ਬੇਸਿਕ, ਬਿਲਕੁਲ ਸਹੀ, ਇਹ ਆਂਸਰ ਹੈ। ਠੀਕ ਹੈ, ਅਰਥਕੁਇਕ ਵਾਲਾ ਤਾਂ ਹੋ ਨਹੀਂ ਸਕਦਾ ਨਾ ਉਹ। ਠੀਕ ਹੈ, ਅਰਥਕੁਇਕ ਵਾਲਾ ਨਹੀਂ ਹੋ ਸਕਦਾ। ਅਤੇ ਚੈਕਿੰਗ ਦਾ ਪਿਓਰਿਟੀ ਇਲੈਕਟ੍ਰੋਮੀਟਰ ਵੀ ਨਹੀਂ ਹੁੰਦਾ ਨਾ ਇਹ। ਸੋ ਦੈਟਸ ਵਾਈ। ਨੈਕਸਟ ਇਜ਼ ਵਿਚ ਆਫ ਦਾ ਫੋਲੋਇੰਗ ਇਜ਼ ਪ੍ਰੈਜੈਂਟ ਮੈਕਸਿਮਮ ਅਮਾਊਂਟ ਇਨ ਐਸਿਡ ਰੇਨ। ਐਸਿਡ ਰੇਨ 'ਚ ਸਭ ਤੋਂ ਜ਼ਿਆਦਾ ਕਿਆ ਪ੍ਰੈਜੈਂਟ ਹੁੰਦਾ ਹੈ? ਤਾਂ ਸਭ ਤੋਂ ਜ਼ਿਆਦਾ ਕਿਆ ਪ੍ਰੈਜੈਂਟ ਹੁੰਦਾ ਐਸਿਡ ਰੇਨ ਦੇ ਵਿੱਚ? ਐਸਿਡ ਰੇਨ 'ਚ ਸਭ ਤੋਂ ਜ਼ਿਆਦਾ ਪ੍ਰੈਜੈਂਟ ਹੁੰਦਾ, ਉਹ ਹੁੰਦਾ ਸਲਫਿਊਰਿਕ ਐਸਿਡ। ਕਲੀਅਰ? ਕਿਉਂਕਿ ਤੁਹਾਨੂੰ ਪਤਾ ਹੈ ਕਿ ਸਲਫਰ ਨਿਕਲਦੀ ਆ ਔਰ ਜੋ ਨਾਈਟ੍ਰੋਜਨ ਡਾਈਆਕਸਾਈਡ ਨਿਕਲਦੀ, ਸਲਫਰ ਡਾਈਆਕਸਾਈਡ ਜੋ ਨਿਕਲਦਾ ਹੈ ਸਾਡੇ ਐਟਮੋਸਫੀਅਰ ਦੇ ਵਿੱਚ, ਉਹ ਹਾਈਡਰੋਜਨ ਨਾਲ ਰਿਐਕਟ ਕਰ ਜਾਂਦਾ, ਜਿਸ ਦੇ ਨਾਲ ਕਿਆ ਹੁੰਦਾ? ਫਿਰ ਉਹ ਸਾਡੇ ਜਿਹੜੀ ਐਸਿਡ ਰੇਨ ਹੋ ਜਾਂਦੀ ਹੈ। ਐਨ ਐਕੁਆ ਸੋਲਿਊਸ਼ਨ ਆਫ ਕਾਪਰ ਸਲਫੇਟ ਇਜ਼ ਐਸਿਡਿਕ ਇਨ ਨੇਚਰ ਬਿਕੋਜ਼ ਦਾ ਸਲਟ ਅੰਡਰਗੋ। ਸਲਟ 'ਚ ਕੀ ਹੋ ਜਾਂਦਾ ਕਿ ਜਿਹੜੀ ਆ ਕਿ ਕਾਪਰ ਸਲਫੇਟ ਆ, ਉਹ ਐਸਿਡਿਕ ਇਨ ਨੇਚਰ ਆ, ਕਿਉਂਕਿ ਸਲਟ ਕਿਆ ਕਰ ਜਾਂਦੇ ਆ, ਅਸੀਂ ਇਹ ਦੇਖਣਾ ਹੈ। ਤਾਂ ਕੀ ਕਰਦੇ ਆ? ਦੇਖ ਲੈਂਦੇ ਆ। ਆਪਸ਼ਨ ਏ ਡਾਇਲਿਸਿਸ ਕਰਦੇ ਆ, ਆਪਸ਼ਨ ਬੀ ਇਲੈਕਟ੍ਰੋਲਾਈਸਿਸ ਕਰਦੇ ਆ, ਆਪਸ਼ਨ ਸੀ ਹਾਈਡਰੋਲਾਈਸਿਸ ਕਰਦੇ ਆ, ਆਪਸ਼ਨ ਡੀ ਫੋਟੋਲਾਈਸਿਸ ਕਰਦੇ। ਇਹਦਾ ਆਂਸਰ ਹਾਈਡਰੋਲਾਈਸਿਸ ਹੋਊਗਾ। ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ। ਹਾਈਡਰੋਲਾਈਸਿਸ ਬੇਸਿਕਲ ਵਾਟਰ ਜਿਹੜਾ ਹੁੰਦਾ ਉਹ ਨਿਕਲ ਜਾਂਦਾ, ਪਿੱਛੇ ਪਾਊਡਰ ਰਹਿ ਜਾਂਦਾ, ਉਹ ਕਾਪਰ ਸਲਫੇਟ ਬਲੂ ਕਲਰ ਦਾ ਹੁੰਦਾ, ਤੁਸੀਂ ਦੇਖਿਆ ਹੋਣਾ ਉਹਨੂੰ ਲੈਬਸ ਵਿੱਚ। ਵਿਚ ਇਜ਼ ਨਾਟ ਅ ਲਿਊਸ ਐਸਿਡ। ਇਹ 'ਚ ਲਿਊਸ ਐਸਿਡ ਕਿਹੜਾ ਨਹੀਂ ਹੈਗਾ? ਅਸੀਂ ਇਹ ਦੇਖਣਾ ਕਿਹੜਾ ਇਸ 'ਚ ਨਹੀਂ ਲਿਊਸ ਐਸਿਡ ਹੈਗਾ। ਮਤਲਬ ਅਸੀਂ ਬੇਸ ਲੱਭਣਾ, ਬੇਸ 'ਚੋਂ ਬੇਸ ਕਿਹੜਾ ਹੈ, ਸਿੰਪਲ ਜੀ ਗੱਲ ਹੈ। ਤਾਂ ਬੇਸ ਦੇਖ ਲੈਂਦੇ ਆ। ਇਹ ਗੱਲ ਯਾਦ ਰੱਖਣੀ, ਲਿਊਸ ਐਸਿਡ ਕਿਆ ਹੁੰਦਾ? ਲਿਊਸ ਐਸਿਡ ਕੀ ਹੁੰਦਾ? ਆਪਾਂ ਚੈੱਕ ਕਰਦੇ ਇੱਕ ਮਿੰਟ। ਲਿਊਸ ਐਸਿਡ
ਇਹ ਕੀ ਹੁੰਦਾ? ਇਹ ਹੁੰਦਾ ਇਲੈਕਟ੍ਰੋਨ ਐਕਸੈਪਟ ਕਰਦਾ ਹੈ ਜੋ, ਉਹਨੂੰ ਐਸਿਡ ਕਹਿੰਦੇ ਆ। ਇੱਕ ਹੁੰਦਾ ਲਿਊਸ ਬੇਸ, ਇਸ ਕੀ ਹੁੰਦਾ ਇਲੈਕਟ੍ਰੋਨ ਡੋਨੇਟ ਇਹ 'ਚ ਡੋਨੇਟ ਹੁੰਦਾ। ਸੋ ਤੁਸੀਂ ਦੇਖ ਲਓ ਕੌਣ ਡੋਨੇਟ ਕਰੂੰਗਾ। ਦੇਖੋ ਇਲੈਕਟ੍रॉन वही चीज़ डोनेट करूँगी जिसको लोन पेयर प्रेजेंट, जिसको इलैक्ट्रॉन होंगे। ठीक है, इस मतलब इलैक्ट्रॉन ਜਿਹੜੇ ਹੋਣਗੇ ਉਹ ਅਮੋਨੀਆ ਕੋਲ ਹੋਣਗੇ। ਤੁਸੀਂ ਪੜ੍ਹਿਆ ਹੋਣਾ ਆਪਣੀ ਕਲਾਸਿਸ 'ਚ ਕਿ ਅਮੋਨੀਆ ਜਿਹੜਾ ਹੈ ਉਹ ਸਾਡਾ ਬੇਸ ਹੁੰਦਾ। ਆਪਾਂ ਇੱਕ ਵਾਰ ਸਮਝਦੇ ਕਿੱਦਾਂ, ਜਿਵੇਂ ਐਨ ਦਾ ਅਟੋਮਿਕ ਨੰਬਰ 7 ਹੁੰਦਾ, ਇਹ ਪਤਾ ਹੋਣਾ। ਅਤੇ ਲਾਸਟ ਵੈਲੈਂਸ 10th ਵੀ ਕਰਦੇ ਤਾਂ ਸਭ ਨੂੰ ਪਤਾ ਹੋਣਾ 2 5 ਇਹਦੇ ਹੋ ਗਈ ਇਲੈਕਟ੍ਰੋਨਿਕ ਕਨਫੀਗਰੇਸ਼ਨ, ਜਿਸ 'ਚ 5 ਸਾਡੀ ਕੀ ਹੋ ਗਈ ਲਾਸਟ ਵੈਲੈਂਸ ਇਲੈਕਟ੍ਰੋਨ ਹੋ ਗਈ। ਹੁਣ ਜਿਵੇਂ 5 ਲਾਸਟ ਵੈਲੈਂਸ ਇਲੈਕਟ੍ਰੋਨਸ ਮੇਰੇ ਆਏ ਆ, ਇਹ 'ਚ ਕੀ ਹੋਣਾ ਕਿ ਇਹਨੂੰ ਡੋਨੇਟ ਲਗਾਓ 1 2 3 4 5। ਹੁਣ ਇਹ NH3 ਹੈ ਹੈ ਨਾ, ਇੱਕ ਇਲੈਕਟ੍ਰੋਨ ਇਹ ਲੈ ਗਿਆ, ਇੱਕ ਇਹ ਲੈ ਗਿਆ, ਇੱਕ ਥੱਲੇ ਲੈ ਗਿਆ, 2 ਬਚ ਗਏ, ਪਰ 2 ਫਾਲਤੂ ਨੇ ਆ ਬੜੇ ਉੱਪਰਲੇ। ਇਹ 2 ਫਾਲਤੂ ਕਿਸੇ ਨੂੰ ਵੀ ਇਹ ਦੇ ਸਕਦਾ ਹੁਣ, ਇਸ ਲਈ ਇਹ ਡੋਨੇਟ ਕਰ ਸਕਦਾ, ਇਸ ਕਰਕੇ ਇਹ ਬੇਸ ਹੋ ਗਿਆ, ਇਹ ਐਸਿਡ ਨਹੀਂ ਹੈਗਾ। ਹੁਣ ਪੁੱਛਿਆ ਕਿਹੜਾ ਐਸਿਡ ਨਹੀਂ, ਤਾਂ ਮਤਲਬ ਸਾਨੂੰ ਬੇਸ ਪੁੱਛ ਲਿਆ, ਤਾਂ ਮਤਲਬ ਆਨਸਰ C ਹੋ ਗਿਆ। ਬਾਕੀਆਂ 'ਚ ਨਹੀਂ ਹੋਏਗਾ, ਤੁਸੀਂ ਚੈੱਕ ਕਰ ਸਕਦੇ ਹੋ, ਬਾਕੀਆਂ 'ਚ ਕਦੇ ਵੀ ਨਹੀਂ ਹੋਏਗਾ। ਦੇਖੋ ਮੈਂ ਤੁਹਾਨੂੰ ਦੱਸ ਵੀ ਦਿੰਦਾ, 1 ਸੈਕਿੰਡ, ਤੁਹਾਨੂੰ ਇਹ ਸੀਗਾ ਸਾਡਾ NH3 ਦਾ। ਹੁਣ ਬਾਕੀਆਂ ਨੂੰ ਦੇਖ ਲੈਂਦੇ ਆਪਾਂ ਇੱਕ ਮਿੰਟ, ਸਮਝ ਕੇ ਕਰੂੰਗੇ ਨਾ ਉਹਨਾਂ ਤੁਹਾਨੂੰ ਜ਼ਿਆਦਾ ਸਮਝ ਆਊਗਾ। ਐਲੂਮੀਨੀਅਮ ਦਾ 13 ਅਟੋਮਿਕ ਨੰਬਰ ਹੁੰਦਾ, 2 8 3 ਬਚੇ। ਐਲੂਮੀਨੀਅਮ ਦਾ 3 ਲਗਾ ਲਓ ਆਲੇ ਦੁਆਲੇ, 1 2 3। ਹੁਣ ਜਿਹੜੇ 3 ਲਗਾਏ ਆ ਦੇਖੋ, Cl ਇੱਥੇ ਲੱਗ ਗਿਆ, Cl ਇੱਥੇ ਲੱਗ ਗਿਆ, Cl ਇੱਥੇ ਲੱਗ ਗਿਆ, ਸਾਰੇ ਭਰ ਗਏ, ਮਤਲਬ ਕੋਈ ਇਲੈਕਟ੍ਰੋਨ ਡੋਨੇਟ ਕਰਨ ਨੂੰ ਰਿਹਾ ਹੀ ਨਹੀਂ ਇਹਦੇ ਕੋਲ, ਤਾਂ ਇਹ ਕਿਆ ਹੋ ਗਿਆ ਸਾਡਾ ਐਸਿਡ ਹੋ ਗਿਆ। ਹੁਣ ਆਪਾਂ ਬਾਕੀ ਵੀ ਦੇਖਦੇ ਹਾਂ, ਦੇਖੋ ਬਾਕੀ ਦੂਜਾ ਆ ਗਿਆ BF5 'ਚ ਕੀ ਆ ਗਿਆ ਸਾਡਾ, BF5 ਸਾਡਾ ਕੀ ਆ ਗਿਆ, B 'ਚ ਵੀ 5 ਇਲੈਕਟ੍ਰੋਨਸ ਹੁੰਦੇ ਆ, ਕੋਈ 5 ਅਟੋਮਿਕ ਨੰਬਰ ਹੁੰਦਾ, ਅਤੇ ਇਹਦੀ ਕੌਨਫੀਗਰੇਸ਼ਨ ਹੋ ਗਈ 2 3, ਇਹ 'ਚ ਵੀ 3, ਦੇਖੋ F3 ਲੱਗੇ ਹੋਏ ਆ, F ਇਹ ਵੀ ਪੂਰੇ ਘਿਰ ਗਏ, ਸੋ ਇਹ ਵੀ ਨਹੀਂ ਹੈਗਾ। ਕਲੀਅਰ ਹੋ ਗਿਆ ਨਹੀਂ ਕਲੀਅਰ ਹੋ ਗਿਆ। ਸੋ ਇੱਦਾਂ ਸਾਡੇ ਬਹੁਤ ਸਾਰੀ ਚੀਜ਼ਾਂ ਨੇ। ਦੇਖੋ ਆਇਰਨ ਕਲੋਰਾਈਡ ਦਾ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਇੱਕ ਮੈਟਲ ਹੈ, ਇਸ ਕਰਕੇ। ਸੋ ਆਪਾਂ ਦੇਖ ਲੈਂਦੇ, ਕੋਈ ਨਹੀਂ। Fe 1 2 3, ਕਿਉਂਕਿ ਜਿਹੜਾ ਆਇਰਨ ਹੁੰਦਾ ਇਹਦਾ ਅਟੋਮਿਕ ਨੰਬਰ ਕਹਿੰਦਾ 26 ਹੁੰਦਾ, ਸੋ ਇਹ 'ਚੋਂ 3 ਲੱਗਣੇ ਆ, ਤਾਂ CCl ਸਾਰੇ ਲੱਗ ਗਏ, ਇਸ ਕਰਕੇ ਇਹ ਵੀ ਨਹੀਂ ਹੋ ਸਕਦਾ। ਸੋ ਇਹ ਵੀ ਨਹੀਂ ਹੈਗਾ, ਇਸ ਕਰਕੇ ਆਨਸਰ ਨੰਬਰ ਕਿੰਨਾ ਹੋ ਗਿਆ ਸਾਡਾ, C ਹੋ ਗਿਆ, ਕਿਉਂਕਿ ਉਹ 'ਚ ਕੀ ਹੈ ਸਾਡੇ ਕੋਲ ਬਚਦੇ ਪਏ ਆ। ਠੀਕ ਹੈ, ਸਭ ਨੂੰ ਸਮਝ ਆ ਗਿਆ ਹੁਣ। ਸੋਡਾ ਵਾਟਰ ਓਬਟੇਨਡ ਬਾਏ ਪਾਸਿੰਗ ਕਾਰਬਨ ਡਾਈਆਕਸਾਈਡ ਇਨ ਵਾਟਰ, ਜਿਹੜਾ ਸੋਡਾ ਵਾਟਰ ਹੈ ਅਗਰ ਉਸ ਅਸੀਂ ਕਾਰਬਨ ਡਾਈਆਕਸਾਈਡ ਜਿਹੜਾ ਹੈ ਉਹ ਅਸੀਂ ਪਾਸ ਕਰਾਈਏ ਤਾਂ ਕੀ ਹੈ, ਕਿਆ ਉਹ ਆਕਸੀਡਾਈਜ਼ਿੰਗ ਏਜੰਟ ਆ, ਕਿਆ ਉਹ ਬੇਸਿਕ ਇਨ ਨੇਚਰ ਆ, ਕਿਆ ਉਹ ਐਸਿਡਿਕ ਇਨ ਨੇਚਰ ਆ, ਜਾਂ ਉਹ ਰਿਡਿਊਸਿੰਗ ਏਜੰਟ ਆ। ਉਹ ਕਿਆ ਹੈ, ਉਹ ਸਾਡਾ ਕਿਆ ਹੈ, ਬੇਸਿਕ ਇਨ ਨੇਚਰ, ਐਸਿਡਿਕ ਇਨ ਨੇਚਰ ਆ। ਬੇਸਿਕ ਨਾਟ ਬੇਸਿਕ ਤਾਂ ਹੋ ਨਹੀਂ ਸਕਦਾ, ਐਸਿਡਿਕ ਇਨ ਨੇਚਰ ਹੋ ਗਿਆ, ਕਿਉਂਕਿ ਕਾਰਬਨ ਡਾਈਆਕਸਾਈਡ ਉਹ 'ਚ ਪਾਸ ਕਰਾਈ ਜਾਂਦੀ, ਇਸ ਕਰਕੇ ਉਹ ਸਾਡਾ ਐਸਿਡਿਕ ਇਨ ਨੇਚਰ ਹੋ ਗਿਆ। ਵਿਚ ਆਫ ਦਾ ਫੋਲੋਇੰਗ ਐਸਿਡ ਇਜ਼ ਡੂ ਨਾਟ ਕੰਟੇਨ ਆਕਸੀਜਨ, ਕਿਸ 'ਚ ਆਕਸੀਜਨ ਨਹੀਂ ਹੈਗਾ ਇਹਨਾਂ 'ਚੋਂ, ਅਸੀਂ ਇਹ ਦੇਖਣਾ। ਹੁਣ ਦੇਖ ਲੈਂਦੇ ਹਾਂ, ਨਾਈਟ੍ਰਿਕ ਐਸਿਡ ਦਿੱਤਾ ਵਾ, ਨਾਈਟ੍ਰਿਕ ਐਸਿਡ ਦੇਖੋ HNO3, ਦੇਖੋ ਆਕਸੀਜਨ ਹੈਗਾ ਇਹ 'ਚ, ਇਹ ਤਾਂ ਆਨਸਰ ਹੋ ਨਹੀਂ ਸਕਦਾ। ਹੁਣ ਸਲਫਿਊਰਿਕ ਐਸਿਡ ਹੋ ਗਿਆ H2SO4, ਇਹ 'ਚ ਆਕਸੀਜਨ ਆ ਗਿਆ, ਫਿਰ ਆਕਸੀਜਨ ਹੈਗਾ। ਹਾਈਡਰੋਕਲੋਰਿਕ ਐਸਿਡ 'ਚ HCl ਹੁੰਦਾ, ਇਹ 'ਚ O ਨਹੀਂ ਹੈਗਾ, ਇਸ ਕਰਕੇ ਆਨਸਰ HCl ਹੋ ਗਿਆ। ਠੀਕ ਹੈ, ਵਟ ਇਜ਼ ਨੀਲਾ ਥੋਥਾ, ਇਹ ਨੀਲਾ ਥੋਥਾ ਕਿਆ ਹੁੰਦਾ, ਕਾਪਰ ਸਲਫੇਟ ਹੁੰਦਾ, ਕੈਲਸ਼ੀਅਮ ਸਲਫੇਟ ਹੁੰਦਾ, ਆਇਰਨ ਸਲਫੇਟ ਹੁੰਦਾ, ਜਾਂ ਸੋਡੀਅਮ ਸਲਫੇਟ ਹੁੰਦਾ। ਤੁਹਾਨੂੰ ਪਿੱਛੇ ਹੀ ਦੱਸ ਕੇ ਹਟਿਆ ਸੀ ਮੈਂ, ਕਾਪਰ ਸਲਫੇਟ ਦਾ ਕਲਰ ਕਿਆ ਹੁੰਦਾ, ਬਲੂ ਹੁੰਦਾ, ਇਸ ਕਰਕੇ ਨੀਲਾ ਥੋਥਾ ਵੀ ਕਹਿੰਦੇ ਆ। ਠੀਕ ਹੈ, ਨੈਕਸਟ ਇਜ਼ ਐਨ ਅਨਨੋਨ ਗੈਸ ਕੁਇਕਲੀ ਡਿਜ਼ੋਲਵ ਇਨ ਵਾਟਰ, ਦਿਸ ਗੈਸ ਇਜ਼ ਐਕੋ ਸੋਲਿਊਸ਼ਨ ਟਰਨਸ ਰੈਡ ਲਿਟਮਸ ਟੂ ਬਲੂ, ਮਤਲਬ ਬੇਸ ਹੋਣੀ ਪੱਕਾ। ਦਿਸ ਗੈਸ ਪ੍ਰੋਡਿਊਸ ਹਾਈਡਰੋਜਨ ਕਲੋਰਾਈਡ ਵਿਦ ਦ ਵਾਈਟ ਫਲੇਮ, ਦਿਸ ਅਨਨੋਨ ਗੈਸ ਇਜ਼, ਤਾਂ ਇਹ ਅਨਨੋਨ ਗੈਸ ਕਿਹੜੀ ਹੈ, ਇਹ ਤੁਸੀਂ ਸਾਨੂੰ ਦੱਸਣਾ ਹੈ। ਤਾਂ ਆਪਸ਼ਨ ਨੰਬਰ ਦੁਬਾਰਾ ਸਮਝ ਲਓ, ਐਨ ਅਨਨੋਨ ਗੈਸ ਕੁਇਕਲੀ ਡਿਜ਼ੋਲਵ ਇਨ ਵਾਟਰ, ਕੋਈ ਇਹੋ ਜਿਹੀ ਗੈਸ ਆ ਅਨਨੋਨ ਜੋ ਡਿਜ਼ੋਲਵ ਹੋ ਜਾਂਦੀ ਆ ਵਾਟਰ 'ਚ ਈਜ਼ਲੀ। ਦਿਸ ਗੈਸਿਸ ਆਫ ਐਕਵਸ
ਸੋਲਿਊਸ਼ਨ ਟਰਨਸ ਰੈਡ ਲਿਟਮਸ ਟੂ ਬਲੂ, ਰੈਡ ਟੂ ਬਲੂ ਬਦਲ ਜਾਂਦੀ ਹੈ। ਦਿਸ ਗੈਸ ਪ੍ਰੋਡਿਊਸਿਸ ਹਾਈਡਰੋਜਨ ਕਲੋਰਾਈਡ ਵਿਦ ਦ ਵਾਈਟ ਫਲੇਮ। ਦਿਸ ਅਨਨੋਨ ਗੈਸ ਇਜ਼, ਇਹ ਗੈਸ ਕਿਹੜੀ ਹੈ? ਸਲਫਰ ਡਾਈਆਕਸਾਈਡ ਹੈ, ਨਾਈਟ੍ਰਿਕ ਡਾਈਆਕਸਾਈਡ ਹੈ, ਅਮੋਨੀਆ ਹੈ ਜਾਂ ਕਾਰਬਨ ਮੋਨੋਕਸਾਈਡ ਆ। ਤੁਸੀਂ ਇਹ 'ਚ ਦੱਸਣਾ ਕਿਆ ਹੈ। ਇਹ ਕਿਹੜਾ ਹੈ? ਇਹ ਸਾਡਾ ਅਮੋਨੀਆ ਹੈ। ਠੀਕ ਹੈ। ਦੇਖੋ ਅਮੋਨੀਆ ਬਹੁਤ ਛੇਤੀ ਮਿਕਸ ਹੁੰਦੀ ਹੈ ਵਾਟਰ ਦੇ, ਜਿਹੜੀ ਗੈਸ ਆ ਬਹੁਤ ਛੇਤੀ ਵਾਟਰ 'ਚ ਮਿਕਸ ਹੁੰਦੀ ਆ। ਔਰ ਇਹ 'ਚ ਕੀ ਹੁੰਦਾ, ਇਹ ਅਮੋਨੀਆ ਤੁਹਾਨੂੰ ਪਤਾ ਬੇਸ ਹੁੰਦਾ, ਅਸੀਂ ਪਿੱਛੇ ਪੜ੍ਹ ਕੇ ਆਏ ਨੇ ਸੀਰੀਜ਼ ਬੇਸ, ਹੈ ਨਾ, ਲਿਊਸ ਬੇਸ ਪੜ੍ਹਿਆ ਸੀ ਪਿੱਛੇ। ਤਾਂ ਰੈਡ ਲਿਟਮਸ ਟੂ ਬਲੂ ਇਹ ਬਦਲੂੰਗਾ, ਦਿਸ ਗੈਸ ਇਜ਼ ਹਾਈਡਰੋਜਨ ਦਿਸ, ਸੋ ਦੈਟਸ ਵਾਈ। ਵੈਸੇ ਵੀ ਨਾ ਤੁਹਾਨੂੰ ਇੱਥੋਂ ਤੋਂ ਕਲੀਅਰ ਹੋ ਰਿਹਾ ਹੈ ਕਿਉਂਕਿ ਰੈੱਡ ਟੂ ਬਲੂ ਬਦਲ ਗਿਆ। ਇਹ ਬਲੂ ਤੁਹਾਨੂੰ ਬੀ ਫॉर ਬਲੂ, ਬੀ ਫॉर ਬੇਸ ਦੱਸਿਆ ਤੁਹਾਨੂੰ ਮੈਂ ਥੋੜ੍ਹੀ ਦੇਰ ਪਹਿਲਾਂ। ਸਲਫਰ ਡਾਈਆਕਸਾਈਡ ਜਿਹੜਾ ਹੁੰਦਾ ਹੈ ਤੁਹਾਡੇ, ਇਹ ਵੀ ਗੈਸ ਬਣ ਜਾਂਦਾ ਹੈ, ਇਹ ਵੀ ਗੈਸ ਬਣ, ਇਹ ਵੀ ਮਤਲਬ ਐਸਿਡ ਬਣ ਜਾਂਦਾ, ਇਹ ਵੀ ਐਸਿਡ ਤੋਂ ਐਨ ਅਮੋਨੀਆ ਹੀ ਆਂਸਰ ਹੋਊਗਾ ਕਿਉਂਕਿ ਵਾਈਟ ਫਲੇਮ ਉਹੀ ਛੱਡਦਾ। ਬੇਕਿੰਗ ਸੋਡਾ ਇਜ਼, ਬੇਕਿੰਗ ਸੋਡਾ ਕਿਆ ਹੁੰਦਾ? ਬੇਕਿੰਗ ਸੋਡਾ ਆਪਾਂ ਦੇਖ ਲੈਂਦੇ ਆ। ਸੋ ਕਿਆ ਹੁੰਦਾ ਹੈ? NaHCO3, ਇਹ ਬੇਕਿੰਗ ਸੋਡਾ ਹੁੰਦਾ। ਸੋ ਸੋਡੀਅਮ ਹਾਈਡਰੋਜਨ ਕਾਰਬੋਨੇਟ ਇਹਦਾ ਆਨਸਰ ਹੋ ਗਿਆ। ਸੋ ਇਹ ਸਾਡਾ ਆਨਸਰ ਹੋਏਗਾ ਸੋਡੀਅਮ ਹਾਈਡਰੋਜਨ ਕਾਰਬੋਨੇਟ। ਸੋ ਆਨਸਰ ਕਿਆ ਹੋ ਗਿਆ? ਏ। ਠੀਕ ਹੈ। ਡਾਈ ਹਾਈਡਰੋਜਨ ਨਹੀਂ ਹੋ ਸਕਦਾ ਕਿਉਂਕਿ H ਦੇ ਪੈਰੇ 2 ਨਹੀਂ ਹੈਗਾ, ਸੋ ਡਾਈ ਹਾਈਡਰੋਜਨ ਨਹੀਂ ਹੋ ਸਕਦਾ। ਸੋ ਨੈਕਸਟ ਇਜ਼ ਦ ਕੈਮੀਕਲ ਫਾਰਮੂਲਾ ਆਫ ਬੇਕਿੰਗ ਸੋਡਾ। ਬੇਕਿੰਗ ਸੋਡਾ ਕਿਆ ਹੁੰਦਾ? ਬੇਕਿੰਗ ਸੋਡਾ ਦੇਖ ਲੈਂਦੇ ਆਪਾਂ। ਦੇਖੋ ਬੇਸਿਕਲੀ ਜੋ ਅਸੀਂ ਉੱਪਰ ਪਿਛਲਾ ਕੁਐਸਚਨ ਪੜ੍ਹਿਆ ਸੀਗਾ ਨਾ, ਇਹਦੇ ਵਿੱਚ ਕੀ ਸੀ? ਬੇਕਿੰਗ ਸੋਡਾ ਹੀ ਸੀਗਾ, ਅਤੇ ਇਹ 'ਚ ਵੀ ਬੇਕਿੰਗ ਸੋਡਾ। ਮੈਂ ਤੁਹਾਨੂੰ ਫਾਰਮੂਲਾ ਲਿਖਾ ਕੇ ਲਿਖ ਕੇ ਦਿਖਾਇਆ NaHCO3 ਇੱਥੇ, ਤਾਂ NaHCO3 ਲੱਭ ਲਓ ਇੱਥੇ ਕਿੱਥੇ ਆ। ਇਹਦਾ ਆਨਸਰ ਨੰਬਰ B ਹੋ ਗਿਆ। ਕਲੀਅਰ ਹੋ ਗਿਆ। ਨੈਕਸਟ ਇਜ਼ ਦ ਕੈਮੀਕਲ ਫਾਰਮੂਲਾ ਆਫ ਵਾਸ਼ਿੰਗ ਸੋਡਾ। ਵਾਸ਼ਿੰਗ ਸੋਡਾ ਕਿਆ ਹੁੰਦਾ? Na2CO3, ਇਹ ਵਾਸ਼ਿੰਗ ਸੋਡਾ ਦਾ ਫਾਰਮੂਲਾ ਹੁੰਦਾ। ਤਾਂ ਆਨਸਰ ਨੰਬਰ B ਇਜ਼ ਦ ਰਾਈਟ ਆਨਸਰ। ਐਂਟਐਸਿਡਸ ਆਰ, ਦੇਖੋ ਐਸਿਡ ਦਾ ਓਪੋਜ਼ਿਟ ਐਂਟ ਲੱਗ ਗਿਆ ਨਾ ਮੂਹਰੇ, ਤਾਂ ਬੇਸ ਹੋ ਗਿਆ। ਤਾਂ ਆਨਸਰ ਕਿਆ ਆ ਗਿਆ? ਬੇਸ। ਕਲੀਅਰ ਹੋ ਗਿਆ। 16 ਵਿਚ ਵਨ ਆਫ ਦਾ ਫੋਲੋਇੰਗ ਸੌਲਟ ਪ੍ਰੀਡੋਮੀਨੇਟ ਇਨ ਦਾ ਓਸ਼ੀਅਨ। ਓਸ਼ੀਅਨ 'ਚ ਕਿਹੜਾ ਹੁੰਦਾ? ਇਸ 'ਚੋਂ ਅਸੀਂ ਓਸ਼ੀਅਨ 'ਚ ਲੱਭਣਾ, ਓਸ਼ੀਅਨ 'ਚ ਇਸ 'ਚ ਕਿਹੜਾ ਵਾਲਾ ਹੁੰਦਾ। ਤਾਂ 16 ਕੁਐਸਚਨ ਨੰਬਰ ਆ। ਓਸ਼ੀਅਨ 'ਚ ਸਾਨੂੰ ਪਤਾ ਹੈ ਸਾਡਾ ਸੋਡੀਅਮ ਕਲੋਰਾਈਡ ਹੋਊਗਾ ਕਿਉਂਕਿ ਨਮਕ ਹੁੰਦਾ, ਇਸ ਕਰਕੇ ਸੋਡੀਅਮ ਕਲੋਰਾਈਡ ਤਾਂ ਹੋਣਾ ਹੀ ਹੋਣਾ। NaCl ਹੁੰਦਾ ਨਾ। ਤਾਂ ਟੇਬਲ ਸਾਲਟ NaCl ਇਜ਼ ਪ੍ਰੋਡਕਟ ਆਫ, ਟੇਬਲ ਸਾਲਟ ਜਿਹੜਾ ਹੁੰਦਾ NaCl ਸਾਡਾ, ਉਹ ਕਿਹਨਾਂ ਚੀਜ਼ਾਂ ਦਾ ਪ੍ਰੋਡਕਟ ਹੁੰਦਾ, ਅਸੀਂ ਇਹ ਦੇਖਣਾ ਹੈ। ਤਾਂ ਆਪਸ਼ਨ ਨੰਬਰ A ਵੀਕ ਐਸਿਡ ਵੀਕ ਬੇਸ, ਆਪਸ਼ਨ B ਸਟਰੋਂਗ ਐਸਿਡ ਸਟਰੋਂਗ ਬੇਸ, ਆਪਸ਼ਨ C ਵੀਕ ਐਸਿਡ ਸਟਰੋਂਗ ਬੇਸ, ਆਪਸ਼ਨ D ਸਟਰੋਂਗ ਐਸਿਡ ਵੀਕ ਬੇਸ। ਸੋ ਇਸ 'ਚ ਕਿਹੜਾ ਸਾਡਾ ਆਨਸਰ ਹੋਊਗਾ ਦੇਖ ਲਓ ਇੱਕ ਵਾਰ। ਇਸਦਾ ਆਨਸਰ ਆਊਗਾ ਸਟਰੋਂਗ ਐਸਿਡ ਸਟਰੋਂਗ ਬੇਸ। ਠੀਕ ਹੈ। ਇਹ ਤੁਸੀਂ ਧਿਆਨ ਰੱਖਣਾ, ਜੋ NaCl ਹੁੰਦਾ ਸਟਰੋਂਗ ਬੇਸ ਸਟਰੋਂਗ ਐਸਿਡ ਨਾਲ ਬਣਦਾ। ਵਿਚ ਉਹਨਾਂ ਦਾ ਫੋਲੋਇੰਗ ਇਜ਼ ਵਿਸਕਸ। ਇਸ 'ਚ ਵਿਸਕਸ ਕਿਹੜਾ? ਦੇਖੋ ਵਿਸਕਸ ਕਿਆ ਹੁੰਦਾ? ਜੋ ਗਾੜਾ ਹੁੰਦਾ ਉਹਨੂੰ ਵਿਸਕਸ ਕਹਿੰਦੇ, ਗਾੜਾਪਨ, ਇੰਗਲਿਸ਼ ਵਿੱਚ ਵਿਸਕਸ ਕਹਿੰਦੇ ਉਹਨੂੰ। ਅਲਕੋਹਲ ਗਾੜੀ ਹੁੰਦੀ ਹੈ, ਵਾਟਰ ਗਾੜਾ ਹੁੰਦਾ, ਹਨੀ ਗਾੜਾ ਹੁੰਦਾ, ਅਤੇ ਗੈਸੋਲੀਨ ਗਾੜਾ ਹੁੰਦਾ। ਇਹ ਤੁਸੀਂ ਦੇਖ ਲਓ, ਇਹ 'ਚ ਹਨੀ ਜ਼ਿਆਦਾ ਗਾੜਾ ਹੁੰਦਾ ਹੈ ਨਾ, ਹਨੀ ਜ਼ਿਆਦਾ ਗਾੜਾ ਹੁੰਦਾ। ਨੈਕਸਟ ਇਜ਼ ਵਿਚ ਉਹਨਾਂ ਦਾ ਫੋਲੋਇੰਗ ਇਜ਼ ਨਾਟ ਕਰੈਕਟ। ਇੱਥੇ ਨਾਟ ਪੁੱਛਿਆ, ਸੋ ਧਿਆਨ ਰੱਖਣਾ, ਨਾਟ ਕਰੈਕਟ। ਦ ਪ੍ਰੈਜ਼ੈਂਸ ਆਫ NaCl, the presence of NaCl increase the rate of setting of plaster of Paris। बिल्कुल सही है। gypsum is added to cement to slow down the rate of setting। बिल्कुल सही है। the alkaline earth metals from hydrated salts barium and strontium are found free in nature। ਬਿਲਕੁਲ ਗਲਤ। ਠੀਕ ਹੈ। ਇਹ ਕਦੇ ਵੀ ਨਹੀਂ ਹੁੰਦੇ ਹੈਗੇ ਕਿਉਂਕਿ ਇਹ ਤਾਂ ਫ੍ਰੀ ਸਟੇਟ 'ਚ ਨਹੀਂ ਮਿਲਦੇ ਹੈ ਕਦੇ ਵੀ, ਕਿਉਂਕਿ ਤੁਹਾਨੂੰ ਪਤਾ ਹੋਣਾ ਸਟਰੋਂਸ਼ੀਅਮ ਉਹ ਚੀਜ਼ ਆ ਜਿਹਦੇ ਨਾਲ ਕਿਆ ਹੁੰਦਾ ਕਿ ਸਾਡੇ ਜਿਹੜੇ ਫਾਇਰ ਕਰੈਕਰਸ ਹੁੰਦੇ ਆ, ਪਟਾਕੇ ਹੁੰਦੇ ਜੋ ਦੀਵਾਲੀ ਨੂੰ ਜਲਾਉਂਦੇ ਆਪਾਂ, ਉਸ 'ਚੋਂ ਰੈੱਡ ਕਲਰ ਜੋ ਨਿਕਲਦਾ ਹੈ ਪਟਾਕਿਆਂ 'ਚੋਂ, ਉਹ ਸਟਰੋਂਸ਼ੀਅਮ ਕਰਕੇ ਹੀ ਨਿਕਲਦਾ। ਨੈਕਸਟ ਇਜ਼ ਵਿਚ ਇਜ਼ ਅਨਟਰੂ ਫॉर ਬਲੀਚਿੰਗ ਪਾਊਡਰ। ਕਿਹੜਾ ਇਸ 'ਚ ਅਨਟਰੂ ਆ, ਜਿਹੜਾ ਗਲਤ ਆ। ਸੋ ਅਸੀਂ ਬਲੀਚਿੰਗ ਪਾਊਡਰ ਬਾਰੇ ਪੜ੍ਹਨਾ। ਠੀਕ ਹੈ। ਇਟ ਇਜ਼ ਮੋਰ ਸੋਲੇਬਲ ਦੈਨ ਵਾਟਰ, ਇਟ ਇਜ਼ ਮੋਰ ਸੋਲੇਬਲ ਦੈਨ ਵਾਟਰ, ਗਲਤ ਹੋ ਗਿਆ। ਬਲੀਚਿੰਗ ਪਾਊਡਰ ਨਹੀਂ ਹੋ ਸਕਦਾ ਮੋਰ ਸੋਲੇਬਲ ਵਾਟਰ ਨਾਲ। ਠੀਕ ਹੈ। ਇਟ ਪਾਊਡਰ ਇਜ਼ ਅ ਲਾਈਟ yellow color, it is oxidant, it release the chlorine after reaction, dilute acid। ਨੈਕਸਟ ਇਜ਼ ਵਿਚ ਕੈਮੀਕਲ ਕੰਪਾਊਂਡ ਇਜ਼ ਪ੍ਰੈਜ਼ੈਂਟ ਇਨ ਬਲੀਚਿੰਗ ਪਾਊਡਰ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਲੀਚਿੰਗ ਪਾਊਡਰ 'ਚ ਕਲੋਰੀਨ ਜ਼ਰੂਰੀ ਹੁੰਦਾ, ਇਹ ਤੁਸੀਂ ਧਿਆਨ ਰੱਖਣਾ। ਠੀਕ ਹੈ। ਸੋ ਕਿੱਥੇ ਲੱਭ ਲਓ ਕਿ ਕਲੋਰੀਨ ਕਿੱਥੇ ਲਿਖਿਆ ਹੋਇਆ। ਸੋ ਦੇਖ ਲਓ, ਅਸੀਂ ਐਲੀਮੀਨੇਸ਼ਨ ਯੂਜ਼ ਕਰ ਸਕਦੇ ਹਾਂ ਇੱਥੇ। ਅਸੀਂ ਦੇਖ ਲਓ, ਨਾ ਸਾਡਾ ਇੱਥੇ ਕਲੋਰੀਨ ਲਿਖਿਆ ਹੋਇਆ, ਨਾ ਸਾਡਾ ਇੱਥੇ ਕਲੋਰੀਨ ਲਿਖਿਆ ਹੋਇਆ, ਤਾਂ ਇਹਦਾ ਆਨਸਰ ਕਦੇ ਵੀ ਨਹੀਂ ਹੋ ਸਕਦੇ।
ਅਮੋਨੀਅਮ ਦਾ ਆਂਸਰ ਹੋ ਹੀ ਨਹੀਂ ਸਕਦਾ ਕਦੇ ਵੀ, ਕਿਉਂਕਿ ਇਹਦਾ ਜੋ ਫਾਰਮੂਲਾ ਹੁੰਦਾ CaOCl2 ਹੁੰਦਾ। ਸੋ ਇਸ ਕਰਕੇ ਕਿਆ ਹੋ ਗਿਆ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਅਮੋਨੀਆ ਨਹੀਂ ਹੋ ਸਕਦਾ ਕਦੇ ਵੀ। ਨੈਕਸਟ ਇਜ਼ ਵੈਨ ਈਨੋ ਸਾਲਟ ਇਜ਼ ਪੋਰਡ ਇਨ ਦਾ ਵਾਟਰ ਬਬਲ ਫਾਰਮ ਵਿਚ ਇਜ਼ ਡਿਊ ਟੂ। ਜਦੋਂ ਈਨੋ ਸਾਲਟ ਜਿਹੜੇ ਅਸੀਂ ਪਾਣੀ 'ਚ ਪਾਉਂਦੇ ਆ ਨਾ ਤਾਂ ਉਬਾਲੇ ਮਾਰਨ ਆ ਜਾਂਦਾ ਪਾਣੀ, ਮਤਲਬ ਉਹ 'ਚ ਬਬਲੇ ਆ ਜਾਂਦੇ, ਬਬਲਸ ਆ ਜਾਂਦੇ, ਬਬਲਸ। ਸੋ ਵਟ ਇਜ਼ ਦਾ ਆਂਸਰ ਹੇਅਰ? ਸੋ ਵਟ ਇਜ਼ ਦਾ ਆਂਸਰ ਹੈ ਕਾਰਬਨ ਡਾਈਆਕਸਾਈਡ। ਤੁਹਾਨੂੰ ਪਤਾ ਕਾਰਬਨ ਡਾਈਆਕਸਾਈਡ ਹੀ ਹੁੰਦੀ ਹੈ ਜਿਹੜੀ ਨਿਕਲਦੀ ਹੁੰਦੀ ਹੈ ਬਾਹਰ ਨਾ। ਨੈਕਸਟ ਇਜ਼ ਤਾਂ ਟੂ ਡਿਵੈਲਪ ਦਾ ਫੋਟੋਗ੍ਰਾਫਿਕ ਪਲੇਟਸ, ਕਿਹਦੇ ਲਈ ਲੋੜ ਹੁੰਦੀ ਹੈ ਆਪਾਂ ਨੂੰ ਫੋਟੋਗ੍ਰਾਫਿਕ ਪਲੇਟਸ ਨੂੰ ਬਣਾਉਣ ਦੇ ਲਈ? ਕਿਸ ਚੀਜ਼ ਦੀ ਲੋੜ ਹੁੰਦੀ ਹੈ? ਸੋਡੀਅਮ ਥਾਈਸਲਫੇਟ ਦਾ ਯੂਜ਼ ਹੁੰਦਾ ਹੈ। ਦਾ ਫ੍ਰੀ ਬ੍ਰੋਮੀਨ ਰਿਲੀਜ਼ਸ ਲਾਈਟ ਅਫੈਕਟਡ ਏਰੀਆ ਕੋਕਲੀ ਆਕਸੀਡਾਈਜ਼ ਦਾ ਸੋਲੂਸ਼ਨ ਇਜ਼ ਕੈਪਟ ਡਿਵੈਲਪਿੰਗ ਅੰਟਿਲ ਦਾ ਬ੍ਰੋਮੀਨ ਇਜ਼ ਨਾਟ ਡਿਜ਼ੋਲਵ। ਤਾਂ ਫੋਟੋਗ੍ਰਾਫਿਕ ਪਲੇਟਸ ਜਿਹੜਾ ਹੈ ਉਸ ਨੂੰ ਡਿਵੈਲਪ ਕਰਨ ਲਈ ਕਿਆ ਕਰਨਾ ਸਾਨੂੰ ਪੈਣਾ ਹੈ, ਇਹ ਸਾਨੂੰ ਦੇਖਣਾ ਪੈਣਾ। ਅਤੇ ਇਹਦੇ ਵਾਸਤੇ ਆਂਸਰ ਕਿੰਨਾ ਹੋਊਗਾ ਸਾਡਾ? ਆਂਸਰ ਨੰਬਰ ਏ ਹੋਊਗਾ। ਇਹ ਫੈਕਟ ਆ, ਯਾਦ ਰੱਖਣਾ। ਫੈਕਟ ਨੂੰ ਸਮਝਣ ਦੀ ਲੋੜ ਨਹੀਂ ਹੁੰਦੀ। ਹੁਣ ਫੋਟੋਗ੍ਰਾਫ ਪਲੇਟ ਸਾਡੀ ਬਣਾਉਣੀ ਹੈ ਤਾਂ ਬਣਾਉਣੀ ਹੈ, ਤਾਂ ਸਾਨੂੰ ਯਾਦ ਰੱਖਣਾ ਪੈਣਾ, ਕਿਉਂਕਿ ਤੁਹਾਨੂੰ ਪਤਾ ਮੋਸਟ ਆਫ ਦਾ ਕੈਮਿਸਟਰੀ ਜਿਹੜਾ ਹੁੰਦਾ ਰੱਟਾ ਹੁੰਦਾ ਵਾਟਰ ਇਸ ਕਰਕੇ। ਇਹ ਸਾਰੇ ਇੰਪੋਰਟੈਂਟ ਕੁਐਸਚਨਸ ਨੇ। ਇਹ ਕੁਐਸਚਨਸ ਤੁਹਾਨੂੰ ਮੈਂ ਗਰੰਟੀ ਨਾਲ ਕਹਿੰਦਾ, ਤੁਹਾਨੂੰ ਇਹੀ ਕੁਐਸਚਨ ਦੇਖਣ ਨੂੰ ਪੇਪਰ 'ਚ ਮਿਲਣੇ ਆ। ਸੋ ਤੁਸੀਂ ਧਿਆਨ ਨਾਲ ਇਹਨਾਂ ਕੁਐਸਚਨਸ ਨੂੰ ਕਰਨਾ ਹੈ। ਵਿਚ ਵਨ ਆਫ ਦਾ ਫੋਲੋਇੰਗ ਸਬਸਟੈਂਸਿਸ ਯੂਜ਼ਡ ਇਨ ਫੋਟੋਗ੍ਰਾਫਿੰਗ ਐਂਡ ਇਜ਼ ਆਲਸੋ ਦਾ ਐਂਟੀ ਕਲੋਰ। ਕਿਹੜਾ ਇਹ 'ਚ ਜਿਹੜਾ ਹੁੰਦਾ ਫੋਲੋਇੰਗ ਸਬਸਟੈਂਸ ਫੋਟੋਗ੍ਰਾਫੀ 'ਚ ਯੂਜ਼ ਹੁੰਦਾ ਅਤੇ ਐਂਟੀ ਕਲੋਰ ਦੇ ਵਿੱਚ ਯੂਜ਼ ਹੁੰਦਾ, ਤਾਂ ਕਿਹੜਾ ਹੁੰਦਾ? ਸੋਡੀਅਮ ਥਾਈਸਲਫੇਟ। ਕਲੀਅਰ? ਇਹ ਵੀ ਸਾਡਾ ਜਿਹੜਾ ਸੀ, ਇਹ ਦੇਖੋ ਫੋਟੋਗ੍ਰਾਫੀ 'ਚ ਜੇ ਕੋਈ ਯੂਜ਼ ਹੁੰਦਾ, ਪਿੱਛੇ ਫੋਟੋਗ੍ਰਾਫੀ ਦਾ ਕੁਐਸਚਨ ਸੀਗਾ, ਤਾਂ ਧਿਆਨ ਰੱਖਣਾ ਥੋੜ੍ਹੀ ਥਾਈ। ਤਾਂ ਹਾਈਪੋ ਸੋਲਿਊਸ਼ਨ ਇਜ਼ ਯੂਜ਼ਡ ਇਨ ਫੋਟੋਗ੍ਰਾਫੀ ਇਨ ਐਕੋ ਸੋਲਿਊਸ਼ਨ ਇਜ਼ ਕਿਹੜਾ ਹੁੰਦਾ? ਸੋਡੀਅਮ ਥਾਈਸਲਫੇਟ। ਕਲੀਅਰ? ਪਿੱਛੇ ਪੜ੍ਹਿਆ ਸੀ ਤਾਂ ਪਿੱਛੇ ਹੀ ਅਸੀਂ ਕਰ ਲਿਆ ਹੋਇਆ ਹੈ। ਦ ਯੂਜ਼ਫੁਲ ਐਲੀਮੈਂਟ ਇਨ ਫੋਟੋਗ੍ਰਾਫੀ ਪਲੇਟ ਇਜ਼, ਫੋਟੋਗ੍ਰਾਫੀ ਪਲੇਟ 'ਚ ਸਿਲਵਰ ਬਰੋਮਾਈਡ ਇਜ਼ ਮੋਸਟ ਯੂਜ਼ੇਬਲ। ਇਹ 10th 'ਚ ਵੀ ਪੜ੍ਹਦੇ ਹੁੰਦੇ ਆਪਾਂ। ਵਿਚ ਵਨ ਆਫ ਦਾ ਫੋਲੋਇੰਗ ਕੋਟਡ ਵਿਦ ਫੋਟੋਗ੍ਰਾਫੀ ਪਲੇਟ। ਫੋਟੋਗ੍ਰਾਫੀ ਪਲੇਟ ਦੇ ਸਭ ਤੋਂ ਜ਼ਿਆਦਾ ਕਿਆ ਕੋਟਡ ਹੁੰਦਾ ਹੈ? ਸਿਲਵਰ ਬਰੋਮਾਈਡ। ਹੁਣੇ ਪੜ੍ਹਿਆ। ਦਸ ਦਾ ਆਪਸ਼ਨ ਟੂ ਡਿਲੂਟ ਦਾ ਸਲਫਿਊਰਿਕ ਐਸਿਡ ਇਜ਼ ਐਡਡ ਟੂ ਵਾਟਰ ਐਂਡ ਨਾਟ ਵਾਟਰ ਟੂ ਐਸਿਡ। ਬਿਲਕੁਲ ਸਹੀ, ਬਿਕੋਜ਼ ਸਲਫਿਊਰਿਕ ਐਸਿਡ ਇਜ਼ H2SO4। ਅਗਰ ਤੁਸੀਂ ਐਸਿਡ ਵਾਟਰ 'ਚ ਐਡ ਕਰੋਗੇ ਤਾਂ ਉਹ ਮੋਡ ਕੰਸਨਟਰੇਟਡ ਬਣੂਗਾ। ਅਗਰ ਤੁਸੀਂ ਨਾਟ ਵਾਟਰ ਟੂ ਐਸਿਡ, ਅਗਰ ਤੁਸੀਂ ਵਾਟਰ ਐਸਿਡ 'ਚ ਐਡ ਕਰੋਗੇ ਤਾਂ ਉਹ ਚੀਜ਼ ਡਿਲੂਟਿਕ ਬਣੂਗੀ। ਡਿਲੂਟ ਮਤਲਬ ਜੋ ਸਿੰਪਲ ਹੁੰਦਾ, ਜਿਹਨੂੰ ਤੁਸੀਂ ਹੱਥ ਪਰ ਵੀ ਡੋਲ ਲਓ ਕੋਈ ਚੱਕਰ ਨਹੀਂ ਹੈਗਾ। ਜਿਹੜਾ ਤੇਜ਼ਾਬ ਹੁੰਦਾ ਉਹ ਸਾਡਾ ਕੰਸਨਟਰੇਟਡ ਹੁੰਦਾ। ਉਹ 'ਚ ਕਿਆ ਹੁੰਦਾ? ਵਾਟਰ 'ਚ ਐਸਿਡ ਐਡ ਕੀਤਾ ਹੁੰਦਾ, ਜਿਸ ਕਰਕੇ ਅਗਰ ਤੁਸੀਂ ਹੱਥ 'ਚ ਗੇਲ ਲਓਗੇ ਤੁਹਾਡਾ ਹੱਥ ਖਤਮ। ਸੋ ਇੱਦਾਂ ਹੀ ਸਾਰਾ ਕੁਛ ਚੱਲਦਾ। ਸੋ ਇਸ ਕਰਕੇ ਇਹ ਬੋਲਦੇ ਆ ਵੀ ਡਿਲੂਟ ਸਲਫਿਊਰਿਕ ਐਸਿਡ ਇਜ਼ ਐਸਿਡ ਟੂ ਵਾਟਰ ਐਂਡ ਨਾਟ ਐਸਿਡ ਟੂ ਵਾਟਰ। ਅਤੇ ਇਹ ਰੋਂਗ ਹੋ ਗਿਆ, ਕਿਉਂਕਿ ਕਿਆ ਹੈ ਕਿ ਅਗਰ ਤੁਸੀਂ ਡਿਲੂਟਿਕ ਚੀਜ਼ ਬਣਾਉਣੀ ਹੈ ਤਾਂ ਤੁਹਾਨੂੰ ਵਾਟਰ ਐਸਿਡ 'ਚ ਐਡ ਕਰਨਾ ਪੈਣਾ। ਠੀਕ ਹੈ, ਸੋ ਇਹ ਤਾਂ ਗਲਤ ਹੋ ਗਿਆ। ਤਾਂ ਸਪੈਸੀਫਿਕ ਹੀਟ ਆਫ ਵਾਟਰ ਇਜ਼ ਵੈਰੀ ਹਾਈ, ਬਿਲਕੁਲ ਸਹੀ। ਅਤੇ ਇਹਦਾ ਆਂਸਰ ਕੀ ਹੋ ਜਾਊਗਾ? ਜਿਸ 'ਚ ਏ ਰੋਂਗ ਆ ਅਤੇ ਆਰ ਸਹੀ ਹੈ, ਤਾਂ ਇਸ 'ਚ ਕਿਹੜਾ ਹੋ ਜਾਊਗਾ? ਡੀ ਇਜ਼ ਦਾ ਰਾਈਟ ਆਂਸਰ। ਸਮਝ ਗਏ? ਕੰਸਨਟਰੇਟਡ ਐਸਿਡ ਦਾ ਮਤਲਬ ਸਮਝ ਗਏ ਨਾ? ਅਗਰ ਤੁਸੀਂ, ਮੈਂ ਦੁਬਾਰਾ ਦੱਸਦਾ, ਕੰਸਨਟਰੇਟਡ ਬਣਾਉਣਾ ਹੈ, ਮੈਂ ਤੁਹਾਨੂੰ ਸਮਝਾਇਆ ਸੀਗਾ, ਤਾਂ ਤੁਹਾਨੂੰ ਐਸਿਡ ਨੂੰ ਵਾਟਰ 'ਚ ਐਡ ਕਰਨਾ ਪੈਣਾ। ਅਗਰ ਤੁਸੀਂ ਡਿਲੂਟਿਕ ਬਣਾਉਣਾ ਹੈ ਤਾਂ ਤੁਹਾਨੂੰ ਵਾਟਰ ਨੂੰ ਐਸਿਡ 'ਚ ਐਡ ਕਰਨਾ ਪੈਣਾ। ਸਿੰਪਲ। ਸੋ ਅਸੀਂ ਡਿਲੂਟਿਕ ਪੁੱਛਿਆ ਸੀ, ਤਾਂ ਸਾਨੂੰ ਇਹਦਾ ਆਂਸਰ ਮਿਲ ਗਿਆ 28 ਦਾ। ਨੈਕਸਟ ਇਜ਼ ਮੈਚ ਦਾ ਫੋਲੋਇੰਗ ਸਲੈਟ ਦਾ ਬਿਲੋ। ਹੁਣ ਮੈਚ ਕਰਨਾ ਆਪਾਂ ਨਾ, ਦੇਖ ਲਓ ਹੈ ਨਾ, ਨੀਲਾ ਥੋਥਾ ਕੌਣ ਸੀ ਦੱਸੋ ਮੈਨੂੰ? ਕਾਪਰ ਸਲਫੇਟ। ਤਾਂ ਦੇਖ ਲਓ ਸੀ ਦਾ ਸੈਕਿੰਡ ਕਿਹਦੇ 'ਚ ਆ? ਸੀ ਦਾ ਸੈਕਿੰਡ ਸਿਰਫ ਇਸੇ ਆਪਸ਼ਨ 'ਚ ਹੈ, ਤਾਂ ਮਤਲਬ ਆਪਸ਼ਨ ਨੰਬਰ ਬੀ ਇਹਦਾ ਰਾਈਟ ਹੋਊਗਾ। ਦੇਖੋ ਇੱਕ ਕੋਈ ਚੀਜ਼ ਨਾਲ ਤੁਹਾਨੂੰ ਸਭ ਕੁਝ ਮਿਲ ਜਾਂਦਾ ਹੈ। ਸੋਡੀਅਮ ਥਾਇਸਲਫੇਟ ਕਿਆ ਸੀ? ਹਾਈਪੋ ਸੋਲਿਊਸ਼ਨ ਹੈ ਨਾ, ਇਹ ਸੀ ਨਾ ਹਾਈਪੋ ਸੋਲਿਊਸ਼ਨ ਪੜ੍ਹਿਆ ਸੀ ਅਸੀਂ। ਅਤੇ ਕਾਸਟਿਕ ਸੋਡਾ ਕਿਆ ਹੁੰਦਾ? ਸੋਡੀਅਮ ਹਾਈਡਰੋਕਸਾਈਡ ਹੁੰਦਾ। ਠੀਕ ਹੈ, ਕਾਸਟਿਕ ਸੋਡਾ ਨੂੰ। ਅਤੇ ਵਾਸ਼ਿੰਗ ਸੋਡਾ ਕਿਆ ਹੁੰਦਾ? ਤਾਂ ਵਾਸ਼ਿੰਗ ਸੋਡਾ ਕਿਆ ਹੋ ਗਿਆ ਸਾਡਾ? ਵਾਸ਼ਿੰਗ ਸੋਡਾ ਸਾਡਾ ਹੋਗਾ ਸੋਡੀਅਮ ਕਾਰਬੋਨੇਟ। ਕਲੀਅਰ? ਸੋ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਇਜ਼, ਸੋ ਹੇਅਰ ਇਜ਼ ਥਰਡ ਲਾਸਟ ਕੁਐਸਚਨ। ਨੀਲਾ ਥੋਥਾ ਕੌਣ ਸੀ? ਕਾਪਰ ਸਲਫੇਟ। ਤਾਂ ਏ ਦਾ ਫੋਰਥ ਹੈ। ਇਹਦਾ ਫੋਰਥ ਦੇਖ ਲਓ ਕਿਹਦੇ 'ਚ ਆ? ਏ ਦਾ ਫੋਰਥ ਦੋ ਆਪਸ਼ਨ ਚਾਹੀਦਾ, ਮਤਲਬ ਆਹ ਆਂਸਰ ਨਹੀਂ ਹੋ ਸਕਦਾ, ਆਹ ਵੀ ਆਂਸਰ ਨਹੀਂ ਹੋ ਸਕਦਾ। ਤਾਂ ਅਸੀਂ ਹੁਣ ਆਪਣਾ ਸੀ ਆਪਸ਼ਨ ਦੇਖਣਾ। ਸੀ ਆਪਸ਼ਨ ਕਿਆ ਹੈ? ਸੀ ਆਪਸ਼ਨ ਕਿਹਨੂੰ ਮੈਚ ਕਰਦਾ ਇਹ ਦੇਖਣਾ। ਕਾਸਟਿਕ ਸੋਡਾ ਕਿਆ ਹੁੰਦਾ? ਡੀ ਕਾਸਟਿਕ ਸੋਡਾ ਕਿਆ ਹੈ? ਕਾਸਟਿਕ ਸੋਡਾ ਸਾਡਾ ਹੈਗਾ ਇਹ ਸੋਡੀਅਮ ਹਾਈਡਰੋਕਸਾਈਡ, ਮਤਲਬ ਡੀ ਦਾ ਸੈਕਿੰਡ ਕਿਸ ਮੇਂ ਹੈ?
डी का सेकंड सिर्फ इसमें है, तो इसका आंसर बी होगा। ये भी एलिमिनेट हो गया, सॉरी ए, एक मिनट गलत हो गया, ये डी का सेकंड इसमें है तो इसका आंसर डी होगा, ये एलिमिनेट हो गया। ठीक है, नेक्स्ट इज सेकंड लास्ट क्वेश्चन, एनहाइड्रस सोडियम बाइकार्बोनेट इज नोन एज बेकिंग सोडा। क्या सोडियम बाइकार्बोनेट बेकिंग सोडा भी कहते हैं? बिल्कुल कहते हैं। बेकिंग सोडा इज यूज एज ए फायर एक्सटिंजर्स, द ब्लीचिंग पाउडर्स आर प्रोड्यूस्ड हांस क्लैबर प्लांट, विच वाला स्टेटमेंट इज राइट। ਤੁਸੀਂ ਸਟੇਟਮੈਂਟ ਰਾਈਟ ਦੇਖਣੀ, ਦੇਖ ਲਓ ਧਿਆਨ ਨਾਲ ਵੀ ਤੁਹਾਨੂੰ ਕਿਹੜੀ ਸਟੇਟਮੈਂਟ ਵਿੱਚੋਂ ਰਾਈਟ ਲੱਗਦੀ ਹੈ। ਤਿੰਨੇ ਸਟੇਟਮੈਂਟ ਮੈਂ ਮਤਲਬ ਜ਼ੂਮ ਆਊਟ ਕਰਦਾ, ਲਓ ਹੁਣ ਦੇਖ ਲਓ ਕਿਹੜੀ ਸਟੇਟਮੈਂਟ ਤੁਹਾਨੂੰ ਇਸ 'ਚ ਸਹੀ ਲੱਗਦੀ ਹੈ। ਦੇਖੋ ਸੋ ਇਸ 'ਚ ਸਭ ਤੋਂ ਕੁਐਸਚਨ ਕਿਹੜਾ ਹੈ, ਸੋ ਇਸ 'ਚ ਕਿਹੜਾ ਹੈ, ਇਸ 'ਚ ਸਾਡਾ ਟਰੂ ਹੈ। ਸੋ ਸਾਡਾ ਹੈਗਾ ਟਰੂ ਇਸ ਦੇ ਵਿੱਚ ਸੈਕਿੰਡ, ਬਿਕਾਜ਼ ਉੱਪਰ ਮੈਂ ਬੋਲਿਆ ਸੀ ਐਨਹਾਈਡਰਸ ਸੋਡੀਅਮ ਬਾਈਕਾਰਬੋਨੇਟ ਇਜ਼ ਨੋਨ ਐਜ਼ ਬੇਕਿੰਗ ਸੋਡਾ ਹੈ ਨਾ। ਸੋ ਬੇਕਿੰਗ ਸੋਡਾ ਇਜ਼ ਬੇਸਿਕਲੀ NaSCO3 ਹੁੰਦਾ ਹੈ ਨਾ। ਸੋਡੀਅਮ ਬਾਈਕਾਰਬੋਨੇਟ ਇਜ਼ ਕਾਮਨਲੀ ਨੋਨ ਐਜ਼ ਬੇਕਿੰਗ ਸੋਡਾ। ਸੋ ਕਾਮਨਲੀ ਨੋਨ ਐਜ਼ ਉਹਨੂੰ ਕਹਿੰਦੇ, ਉਹਨੂੰ ਰਾਈਟ ਪੁੱਛਿਆ ਸੀ। ਬਲੀਚਿੰਗ ਪਾਊਡਰ ਇਜ਼ ਦ ਕਲੈਵਰ ਆਫ ਦਿਸ। ਸੋ ਇਸ ਦਾ ਆਂਸਰ ਜਿਹੜਾ ਹੋਏਗਾ ਉਹ ਬੀ ਹੋਏਗਾ, ਨਾਟ ਏ। ਠੀਕ ਹੈ, ਸੋ ਏ ਨਹੀਂ ਹੋਏਗਾ, ਇਸ ਦਾ ਆਂਸਰ ਬੀ ਹੋਏਗਾ, ਧਿਆਨ ਰੱਖਣਾ ਇਸ ਦਾ। ਨੈਕਸਟ ਇਜ਼ ਵਿਚ ਵਨ ਆਫ ਦਾ ਫੋਲੋਇੰਗ ਆਇਨਿਕ ਕੰਪਾਊਂਡ ਕੰਸੀਡਰ ਦ ਫੋਲੋਇੰਗ ਸਟੇਟਮੈਂਟ। ਆਇਨਿਕ ਕੰਪਾਊਂਡ ਵਾਲੇ ਟਰੂ ਸਟੇਟਮੈਂਟ ਦੱਸਣੀ ਕਿਹੜੀ ਹੈ। ਆਇਨਿਕ ਕੰਪਾਊਂਡਸ ਆਰ ਇਨਸੋਲੂਬਲ ਇਨ ਅਲਕੋਹਲ, ਬਿਲਕੁਲ ਸਹੀ, ਬਿਲਕੁਲ। ਆਇਨਿਕ ਕੰਪਾਊਂਡਸ ਆਰ ਇਨਸੋਲੂਬਲ ਇਨ ਅਲਕੋਹਲ, ਬਿਲਕੁਲ ਸਹੀ। ਆਇਨਿਕ ਕੰਪਾਊਂਡਸ ਆਰ ਸੋਲਿਡ ਸਟੇਟ ਆਰ ਗੁੱਡ ਨੈਟਰਲ ਇਲੈਕਟ੍ਰਿਸਿਟੀ, ਨਹੀਂ। ਮੋਲਟਨ ਸਟੇਟ ਦੇ ਵਿੱਚ ਬੇਸਿਕਲੀ ਸੋਲਿਡ 'ਚ ਨਹੀਂ ਹੁੰਦਾ, ਮੋਲਟਨ ਸਟੇਟ ਦੇ ਵਿੱਚ ਗੁੱਡ ਨੈਟਰ ਹੁੰਦੇ ਆ। ਇਸ ਕਰਕੇ ਆਂਸਰ ਨੰਬਰ 2 ਗਲਤ ਹੈ, ਤਾਂ ਆਂਸਰ ਨੰਬਰ ਏ ਇਜ਼ ਦਾ ਰਾਈਟ ਆਂਸਰ, ਬਿਲਕੁਲ ਸਹੀ। ਸੋ ਅੱਜ ਲਈ ਇੰਨਾ ਹੀ। ਮੇਰੇ ਚੈਨਲ ਜ਼ਰੂਰ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਲੈਕਚਰ ਨੂੰ ਜ਼ਰੂਰ ਲਾਈਕ ਅਤੇ ਕਮੈਂਟ ਕਰ ਦਿਓ ਤੁਹਾਨੂੰ ਵਧੀਆ ਲੱਗੇ। ਹੁਣ ਆਪਾਂ ਇਹਦਾ ਨੈਕਸਟ ਚੈਪਟਰ ਹੈਗਾ ਉਹ ਅਸੀਂ ਲੈ ਕੇ ਆਵਾਂਗੇ ਕੈਮਿਸਟਰੀ ਦਾ ਹੀ, ਅਤੇ ਕੈਮਿਸਟਰੀ ਦੇ ਥੋੜ੍ਹੇ ਜਿਹੇ ਦਿਨ ਆਪਾਂ ਲਗਾਵਾਂਗੇ ਇੰਪੋਰਟੈਂਟ ਚੈਪਟਰਸ ਦੇ ਉੱਪਰ। ਅਤੇ ਅੱਜ ਲਈ ਇੰਨਾ ਹੀ। ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮਚ।